ਵਾਹਿਗੁਰੂ 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 ਵਿਸਰ ਨਾਹੀ ਦਾਤਾਰ ਵਿਸਰ ਨਾਹੀ ਦਾਤਾਰ ਆਪਣਾ ਨਾਮ ਦਿਓ ਆਪਣਾ ਨਾਮ ਦਿਓ ਗੁਣ ਗਾਵਾਂ ਦਿਨ ਰਾਤ ਗੁਣ ਗਾਵਾਂ ਦਿਨ ਰਾਤ ਨਾਨਕ ਚਾਹੋ ਏਹੋ ਨਾਨਕ ਚਾਹੋ ਏਹੋ ਨਾਨਕ ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋਰਠ ਮਹੱਲਾ ਪੰਜਵਾਂ। ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਅੱਜ ਦੇ ਪਾਵਨ ਹੁਕਮਨਾਮੇ ਸਾਹਿਬ ਜੀ ਦੀ ਵਿਚਾਰ ਜੋ ਆਰੰਭ ਹੋਣ ਲੱਗੀ ਹੈ। ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਫਰਮਾਉਂਦੇ ਹਨ, ਘਰ ਪਹਿਲੇ ਦੇ ਅੰਦਰ ਬਾਣੀ ਲਿਖੀ ਗਈ। ਅਸ਼ਟਪਦੀਆਂ 8 ਪਦੀਆਂ ਵਾਲਾ ਇਹ ਸ਼ਬਦ ਹੈ। ਇੱਕ ਓਂਕਾਰ ਸਤਿਗੁਰ ਪ੍ਰਸਾਦ। ਗੁਰੂ ਦੀ ਕਿਰਪਾ ਸਦਕਾ, ਉਹ ਇੱਕ ਦੀ ਕਿਰਪਾ ਦੇ ਸਦਕਾ ਇਹ ਸਭ ਕੁਝ ਵਰਤਦਾ ਹੈ। ਸਭ ਜਗ ਜਿਨੇ ਉਪਾਇਆ ਪਾਈ, ਕਰਨ ਕਰਨ ਸਮਰੱਥ। ਜਿਨ੍ਹਾਂ ਨੇ ਸਾਰੇ ਜਗ ਨੂੰ ਬਣਾਇਆ ਹੈ। ਸ੍ਰਿਸ਼ਟੀ ਨੂੰ ਬਣਾਉਣ ਦਾ ਮਾਲਕ ਸਤਿਗੁਰੂ ਅਕਾਲ ਪੁਰਖ
ਕਰਨ ਕਾਰਨ ਸਮਰਥ। ਉਹ ਕਰਨ ਵਾਲਾ ਵੀ ਹੈ, ਉਹ ਕਾਰਨ ਵੀ ਬਣ ਜਾਂਦਾ ਹੈ। ਹਰ ਗੱਲ ਤੇ ਸਮਰਥ ਹੈ, ਪੂਰਾ ਹੈ ਸਤਿਗੁਰੂ। ਜਿਉ ਪਿੰਡ ਜਿਨ ਸਾਜਿਆ ਪਾਈ, ਦੇਕਰ ਆਪਣੀ ਵੱਧ। ਜਿਹੜੀ ਸਾਡੇ ਸਰੀਰਿਕ ਜਿਹੜਾ ਜੀਉ ਹੈ, ਪਿੰਡ ਹੈ, ਇਹ ਸ੍ਰਿਸ਼ਟੀ ਦੀ ਸਾਜਨਾ ਦੇ ਅੰਦਰ ਜਿਹੜੇ ਵੀ ਜੀਵ ਜੰਤੂ ਆਪ ਜੀ ਨੂੰ ਨਜ਼ਰ ਆ ਰਹੇ ਹਨ, ਇਹ ਸਤਿਗੁਰੂ ਮਹਾਰਾਜ ਜੀ ਨੇ ਸਾਜੇ ਹਨ। ਭਾਈ ਦੇ ਕਰ ਆਪਣੀ ਵੱਥ, ਆਪਣੀ ਤਾਕਤ ਦੇ ਕੇ ਸਭ ਨੂੰ ਬਣਾਇਆ ਹੈ ਸਤਿਗੁਰੂ ਜੀ। ਕਿਨ ਕਹੀ ਹੈ ਕਿਉਂ ਦੇਖੀਏ ਭਾਈ, ਕਰਤਾ ਏਕ ਅਕਥ। ਕਿਨੂੰ ਅਸੀਂ ਕਹੀਏ ਤੇ ਕਿਉਂ ਦੇਖੀਏ ਕਿਸੇ ਹੋਰ ਵੱਲ। ਭਾਈ ਕਰਤਾ ਏਕ ਅਕਥ, ਉਹ ਇੱਕ ਹੈ ਜਿਨੇ ਸਾਰੀ ਸ੍ਰਿਸ਼ਟੀ ਸਾਜੀ ਹੈ। ਅਸੀਂ ਉਹਨਾਂ ਨੂੰ ਯਾਦ ਕਰਨਾ ਹੈ ਜਿਹੜਾ ਕਰਤਾ ਪੁਰਖ ਹੈ। ਗੁਰ ਗੋਬਿੰਦ ਸਲਾਹੀਏ ਭਾਈ, ਗੁਰੂ ਗੋਬਿੰਦ ਦੀ ਸਲਾਹ ਨਾ ਕਰਿਆ ਕਰੋ, ਉਹਦੇ ਗੁਣ ਉਹਦੀ ਵਡਿਆਈਆਂ ਗਾਇਆ ਕਰੋ ਭਾਈ। ਜਿਸ ਤੇ ਜਾਪੈ ਤਥ, ਜਿਨ੍ਹਾਂ ਦੇ ਕਹੇ ਤੇ ਸਾਰਾ ਕੁਝ ਚੱਲਦਾ ਹੈ। ਮੇਰੇ ਮਨ ਜਪੀਐ ਹਰ ਭਗਵੰਤਾ, ਇਹ ਮੇਰੇ ਮਨ ਉਸ ਭਗਵੰਤਾ ਦੇ ਨਾਮ ਨਾਲ ਜੁੜ। ਨਾਮ ਦਾਨ ਦੇ ਜਨ ਆਪਣੇ, ਦੁਖ ਦਰਦ ਕਾ ਹੰਤਾ। ਉਹ ਆਪਣੇ ਹਰੀਜਨਾਂ ਨੂੰ ਨਾਮ ਦਾਨ ਦਿੰਦਾ ਹੈ ਤੇ ਉਹਨਾਂ ਦੇ ਦੁੱਖ ਦਰਦ ਹੰਤਾ ਉਹਨਾਂ ਦੇ ਦੂਰ ਕਰਦਾ ਹੈ। ਰਹਾਓ ਜਾ ਕੇ ਘਰ ਸਭ ਕਿਛ ਹੈ ਪਾਈ, ਨੌ ਨਿਧ ਭਰੇ ਭੰਡਾਰ। ਜਿਨ੍ਹਾਂ ਦੇ ਘਰ ਸਭ ਕਿਛ ਹੈ, ਨੌ ਨਿਧੀਆਂ ਰਿਧੀਆਂ ਸਿੱਧੀਆਂ ਭਰੇ ਪਏ ਹਨ ਭੰਡਾਰ। ਕਾਮ ਧੇਨ ਗਊ ਹੋਰ 36 ਪ੍ਰਕਾਰ ਦੇ ਪਦਾਰਥ ਸਤਿਗੁਰ ਦੇ ਕੋਲ ਹਨ। ਇਸ ਕੀ ਕੀਮਤ ਨਾ ਪਵੈ ਭਾਈ, ਉੱਚਾ ਅਗਮ ਅਪਾਰ। ਕੋਈ ਉਹਦੀ ਕੀਮਤ ਨਹੀਂ ਤੋਲ ਸਕਦਾ। ਉੱਚਾ ਹੈ ਸਤਿਗੁਰੂ, ਅਗਮ ਹੈ, ਉਹਦਾ ਕੋਈ ਅੰਤ ਨਹੀਂ, ਅਪਾਰ ਹੈ, ਸਭ ਜਗ੍ਹਾ ਫੈਲਿਆ, ਵੱਡਾ ਹੈ। ਜੀ ਜੰਤ ਪ੍ਰਤਪਾਲ ਦਾ ਪਾਲ, ਸਾਰੇ ਜੀ ਜੰਤੂਆਂ ਦੀ ਪ੍ਰਤਪਾਲਨਾ ਉਹ ਪਰਮੇਸ਼ਰ ਹਰੀ ਕਰ ਰਿਹਾ ਹੈ। ਅਕਾਲ ਨਿਤ ਨਿਤ ਕਰਦਾ ਸਾਰ, ਇੱਕ ਦਿਨ ਨਹੀਂ, ਅਗਲੇ ਦਿਨ, ਉਸ ਤੋਂ ਅਗਲੇ ਦਿਨ, ਰੋਜ਼ਾਨਾ ਹੀ ਹਰ ਰੋਜ਼ ਸਹਾਇਤਾ ਕਰਦਾ ਹੈ। ਸਤਿਗੁਰ ਪੂਰਾ ਭੇਟੀਏ ਪਾਈ, ਸ਼ਬਦ ਮਿਲਾਵਨ ਹਾਰ। ਸਤਿਗੁਰ ਜੀ ਦਾ ਸ਼ਬਦ ਜਿਹੜਾ ਹੈ ਇਹ ਸਤਿਗੁਰ ਨਾਲ ਮਿਲਾਪ ਦਾ ਜ਼ਰੀਆ ਹੈ। ਜੋ ਸ਼ਬਦ ਗੁਰੂ ਨਾਲ ਜੁੜਦਾ ਹੈ, ਬਾਣੀ ਗੁਰੂ ਨਾਲ ਜੁੜਦੇ ਹਨ, ਉਹਨਾਂ ਨੂੰ ਮਿਲਾਪ ਅਵਸ਼ਯ ਹੋਏਗਾ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਇਹ ਧੁਰ ਦੀ ਬਾਣੀ ਹੈਗੀ। ਧੁਰ ਕੀ ਬਾਣੀ ਆਈ, ਤਿਨ ਸਗਲੀ ਚਿੰਤ ਮਿਟਾਈ। ਸਾਰੀ ਚਿੰਤਾ ਹਰ ਲੇਗੀ। ਸੱਚੇ ਗੁਰੂ ਨਾਲ ਜੁੜੋ, ਬਾਣੀ ਸ਼ਬਦ ਦੀ ਵਿਚਾਰ ਨਾਲ ਜੁੜੋ। ਸ਼ਬਦ ਮਿਲਾਵਣ ਹਾਰ, ਸੱਚੇ ਚਰਨ ਸਰੇਵੀਏ ਭਾਈ। ਉਸ ਸੱਚੇ ਦੇ ਚਰਨ ਨਾਲ ਜੁੜੋ, ਚਰਨਾਂ ਦੇ ਵਿੱਚ ਧਿਆਨ ਲਾਓ। ਭ੍ਰਮ ਪੋ ਹੋਵੇ ਨਾਸ, ਜਿਹੜੇ ਤੁਹਾਡੇ ਭ੍ਰਮ ਨਾਸ ਹੋ ਜਾਣਗੇ, ਸ਼ੰਕਾਵਾਂ ਦੂਰ ਹੋ ਜਾਏਗੀ। ਮਿਲ ਸੰਤ ਸਭਾ ਮਨ ਮਾਂਜੀਏ ਪਾਈ। ਦੇਖੋ ਇੱਧਰ ਇੱਕ ਗੱਲ ਧਿਆਨ ਕਰਨ ਦੀ ਯੋਗ ਹੈ। ਜਿਸ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਸੀਂ ਮੰਨਦੇ ਹਾਂ, ਜੇ ਕਿ ਅਸਾਂ ਉਹਨਾਂ ਦਾ ਕਹਿਣਾ ਹੀ ਨਾ ਮੰਨੀਏ, ਫਿਰ ਸਾਡਾ ਕੀ ਫਾਇਦਾ ਹੈ। ਬਾਣੀ ਕਹਿੰਦੀ ਹੈ ਕਿ ਸੰਤ ਸਭਾ ਵਿੱਚ ਜਾਓ। ਦੇਖੋ ਬਾਣੀ ਵੀ ਸਾਨੂੰ ਪ੍ਰੇਰ ਕਰਦੀ ਹੈ, ਪ੍ਰੇਰਨਾ ਦਿੰਦੀ ਹੈ ਕਿ ਸੰਤ ਸਭਾ ਕਿਹੜੀ ਹੈ। ਸੰਤ ਸਭਾ ਜਿਹੜੇ ਕਮਾਈ ਵਾਲੇ ਮਹਾਂਪੁਰਸ਼ ਹੁੰਦੇ ਹਨ, ਜਿਨ੍ਹਾਂ ਨੇ ਬਾਣੀ ਗੁਰੂ ਨਾਲ ਜੋੜਿਆ ਹੈ, ਅੰਮ੍ਰਿਤ ਧਾਰੀ ਗੁਰਸਿੱਖ ਸਾਜੇ ਹਨ, ਉਹ ਅੱਗੇ ਅਸਲੀ ਸੰਤ। ਸੰਤ ਇੱਕ ਕੱਪੜੇ ਦਾ, ਚੋਲੇ ਦਾ ਨਾਂ ਨਹੀਂ ਹੈ ਜੀ। ਸੰਤ ਔਰ ਸਾਧੂ ਜਿਨ੍ਹਾਂ ਨੇ ਮਨ ਨੂੰ ਸਾਧਿਆ ਹੈ,
ਉਹਨਾਂ ਦੇ ਨਾ ਇਹ ਗਿਆਨ ਇੰਦਰੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਈਰਖਾ, ਨਿੰਦਿਆ ਇਹਨਾਂ ਤੋਂ ਦੂਰ ਹਨ। ਗਿਆਨ ਇੰਦਰੀਆਂ, ਅੱਖਾਂ, ਕੰਨ, ਰਸਨਾ, ਇਹਦੇ ਉੱਪਰ ਕੰਟਰੋਲਿੰਗ ਹੈ ਉਹਨਾਂ ਦੀ, ਇਹਨਾਂ ਨੂੰ ਵਸ ਕਰ ਲੈਂਦੇ ਹਨ ਜੀ। ਤਾਂ ਹੀ ਇਹਨਾਂ ਨੂੰ ਸਾਧੂ ਸੰਤ ਕਿਹਾ ਗਿਆ ਹੈ। ਇਹ ਕੋਈ ਚੋਲੇ ਦਾ ਨਾਮ ਨਹੀਂ ਹੈ, ਇਸੇ ਪੂਰਨ ਸੰਤ ਦੀ ਗੱਲ ਹੋ ਰਹੀ ਹੈ। ਮਿਲ ਸੰਤ ਸਭਾ ਮਨ ਮਾਂਜੀਏ ਭਾਈ, ਹਰ ਕਾ ਨਾਮ ਨਿਵਾਸ। ਸੰਤਾਂ ਦੇ ਕੋਲ ਜਾ ਕੇ ਆਪਣੇ ਮਨ ਨੂੰ ਮਾਂਜ ਲਿਆ ਕਰੋ। ਹਰੀ ਦੇ ਨਾਮ ਨਾਲ ਕਥਾ ਸੁਣ ਕੇ, ਜਿੱਥੇ ਹਰੀ ਦਾ ਨਾਮ ਨਿਵਾਸ ਹੈ ਉੱਥੇ ਹਰੀ ਆਪ ਰਹਿੰਦਾ ਹੈ ਸੰਤਾਂ ਦੇ ਕੋਲ। ਮਿਟਾ ਅੰਧੇਰਾ ਅਗਿਆਨਤਾ ਪਾਈ, ਫਿਰ ਕੀ ਹੋਏਗਾ ਲਾਭ? ਅੰਧੇਰਾ ਅਗਿਆਨਤਾ ਦਾ ਤੁਹਾਡਾ ਨਾ ਮਿਟ ਜਾਏਗਾ, ਭਰਮ ਦੂਰ ਹੋ ਜਾਣਗੇ ਤੁਹਾਡੇ। ਭਾਈ ਕਮਲ ਹੋਵੇ ਪ੍ਰਗਾਸ, ਕਮਲ ਰੂਪੀ ਪਰਮਾਤਮਾ ਤੁਹਾਡੇ ਅੰਦਰ ਖਿਲ ਜਾਏਗਾ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਅੰਦਰ ਪ੍ਰਕਾਸ਼ ਹੋ ਜਾਏਗਾ, ਪ੍ਰਕਾਸ਼ ਹੋ ਜਾਏਗਾ ਕਮਲ ਦਾ। ਗੁਰਬਚਨੀ ਸੁਖ ਉਪਜੈ ਭਾਈ, ਗੁਰੂ ਦੇ ਬਚਨ ਕਮਾਲ ਨਾਲ ਆਪ ਜੀ ਨੂੰ ਸੁੱਖਾਂ ਦੀ ਪ੍ਰਾਪਤੀ ਹੋਏਗੀ। ਸਭ ਪਲ ਸਤਿਗੁਰ ਪਾਸ, ਮੇਰਾ ਤੇਰਾ ਛੋੜੀਏ ਭਾਈਏ। ਮੇਰਾ ਔਰ ਤੇਰਾ ਛੱਡ ਦੋ, ਇਹ ਮੇਰਾ ਹੈ ਇਹ ਤੇਰਾ ਹੈ, ਇਸ ਤੋਂ ਨਿਕਲੋ। ਹੁਣ ਕਦ ਨਿਕਲੋਗੇ? ਛੋੜੀਏ ਭਾਈ ਹੋਈਏ ਸਭ ਕੀ ਧੂਰ, ਮੇਰਾ ਤੇਰਾ ਛੱਡ ਕੇ ਹੁਣ ਧੂਰ ਬੰਨਾ ਸਿੱਖ ਲੋ। ਹਉ ਸਭਨਾ ਕੀ ਰੇਣੁਕਾ, ਤੋ ਆਓ ਹਮਾਰੇ ਪਾਸ। ਗੁਰੂ ਗੋਬਿੰਦ ਸਿੰਘ ਜੀ ਵੀ ਇਹੀ ਸ਼ਰਤ ਰੱਖਦੇ ਹੈ, ਪਹਿਲੇ ਸਭ ਦੀ ਧੂੜੀ ਬੰਨਣਾ ਸਿੱਖ ਲੈ। ਸੰਗਤ ਦੀ ਧੂੜੀ, ਸਾਧੂਆਂ ਦੀ ਧੂੜੀ, ਮਿੱਟੀ ਬਣ ਜਾ। ਜੇ ਕੋਈ ਲੈਣਾ ਹੈ ਮੇਰਾ ਤੇਰਾ ਛੱਡ ਦੇ ਆ ਕੇ। ਘਟ ਘਟ ਬ੍ਰਹਮ ਪਸਾਰਿਆ ਭਾਈ, ਪੇਖਾ ਸੁਣਿਆ ਜੋ। ਘਟ ਘਟ ਦੇ ਅੰਦਰ ਰੱਬ ਹੈ, ਹਰ ਜਰੇ ਜਰੇ ਪੱਤੇ ਪੱਤੇ ਜੀਵ ਜੰਤੂ ਚ ਰੱਬ ਹੈ। ਪੇਖਾ ਦੇਖਦਾ ਵੀ ਹੈ, ਸੁਣਦਾ ਵੀ ਹੈ, ਹਜ਼ੂਰੀ ਚ ਵੀ ਹੈ। ਤਿੰਨੋਂ ਗੱਲਾਂ ਲਿਖੀਆਂ ਕਿ ਸਤਿਗੁਰ ਦੇਖ ਵੀ ਰਹੇ ਤੁਹਾਨੂੰ, ਸੁਣਦੇ ਵੀ ਹੈ ਤੇ ਹਜ਼ੂਰੀ ਵਿੱਚ ਵੀ ਹਰ ਵਕਤ ਤੁਹਾਡੇ ਕੋਲ ਹਨ। ਜਿਤ ਦਿਨ ਵਿਸਰੈ ਪਾਰ ਬ੍ਰਹਮ ਪਾਈ, ਜਿਸ ਦਿਨ ਵਿਸਰ ਜਾਏਗਾ ਨਾ ਪ੍ਰਭੂ, ਤਿਤ ਦਿਨ ਮਰੀਐ ਝੂਰ। ਉਹ ਆਪਣੀ ਮੌਤ ਸਮਝੋ ਉਸ ਦਿਨ ਕਿ ਅੱਜ ਅਸੀਂ ਸਾਹ ਨਹੀਂ ਲਿੱਤੇ, ਦਰਅਸਲ ਅਸੀਂ ਮੌਤ ਦੇ ਨਾਲ ਗੱਲਾਂ ਕਰ ਆਏ ਹਾਂ। ਕਿਉਂਕਿ ਪ੍ਰਭੂ ਦਾ ਨਾਮ ਨਹੀਂ, ਨਿਤਨੇਮ ਨਹੀਂ, ਬਾਣੀ ਨਹੀਂ, ਕਥਾ ਨਹੀਂ, ਸਾਰਾ ਦਿਨ ਹੀ ਵੇਸਟ ਕਰਤਾ ਦੁਨਿਆਵੀ ਗੱਲਾਂ ਵਿੱਚ। ਸਮਝੋ ਇੱਕ ਮੌਤ ਦੇ ਬਰਾਬਰ ਹੈ। ਸਤਿਗੁਰ ਕਹਿੰਦੇ ਮਰੀਏ ਝੂਰ ਝੂਰ ਕੇ ਮਰਨ ਦੇ ਸੁਭਾਵ ਦੇ ਬਰਾਬਰ ਹੈ। ਕਰਨ ਕਾਰਨ ਸਮਰਥੋ ਪਾਈ, ਸਰਵ ਕਲਾ ਭਰਪੂਰ। ਉਹ ਕਰਨ ਔਰ ਕਰਾਵਨ ਵਿੱਚ ਸਮਰਥ ਹੈ ਭਾਈ ਅਕਾਲ ਪੁਰਖ। ਸਰਵ ਕਲਾ ਭਰਪੂਰ, ਸਾਰੀ ਕਲਾ ਵਿੱਚ ਭਰਪੂਰ ਹੈ। ਪ੍ਰੇਮ ਪਦਾਰਥ ਨਾਮ ਹੈ ਭਾਈ, ਮਾਇਆ ਮੋਹ ਵਿਨਾਸ਼। ਜਿਹੜਾ ਪ੍ਰੇਮੀ ਹੈ, ਜਿਹੜੇ ਪ੍ਰੇਮ ਦੀ ਗੱਲਾਂ ਕਰਦੇ ਹਨ ਭਾਈ, ਉਹ ਮਾਇਆ ਤੇ ਮੋਹ ਦੇ ਉੱਪਰ ਉੱਠ ਜਾਂਦੇ, ਕਿਉਂਕਿ ਪ੍ਰੇਮਾ ਭਗਤੀ ਚ ਆ ਗਏ। ਤਿਸ ਭਾਵੈ ਤਾਂ ਮੇਲ ਭਾਈ, ਹਿਰਦੇ ਨਾਮ ਨਿਵਾਸ। ਜੇ ਸਤਿਗੁਰ ਨੂੰ ਭਾਗੇ ਤੇ ਨਾਮ ਦਾ ਨਿਵਾਸ ਹੋਏਗਾ ਹਿਰਦੇ ਵਿੱਚ। ਜੇ ਅਗਰ ਉਹਨੂੰ ਭਾ ਜਾਵੀਏ, ਸਭ ਤੋਂ ਪਹਿਲੀ ਸ਼ਰਤ ਹੀ ਭਾਣ ਦੀ ਹੈ, ਗੁਰੂ ਨੂੰ ਚੰਗੇ ਲੱਗ ਜਾਈਏ। ਗੁਰਮੁਖ ਕਮਲ ਪ੍ਰਗਾਸੀਏ ਪਾਈ, ਗੁਰਮੁਖਾਂ ਦੇ ਅੰਦਰ ਕਮਲ ਪ੍ਰਕਾਸ਼ ਹੋ ਗਿਆ ਹੈ, ਗੁਰੂ ਦਾ ਪ੍ਰਕਾਸ਼ ਹੋ ਗਿਆ ਹਿਰਦੇ ਵਿੱਚ। ਭਾਈ ਹਿਰਦੇ ਹੋਵੇ ਪ੍ਰਕਾਸ਼, ਉਹਨਾਂ ਦੇ ਇਸ ਹਿਰਦੇ ਦੇ ਵਿੱਚ ਰੱਬ ਦਾ ਨਿਵਾਸ ਹੈ। ਪ੍ਰਗਟ ਪਿਆ ਪ੍ਰਤਾਪ ਪਰ ਭਾਈ, ਮੋਲਿਆ ਧਰਤ ਆਕਾਸ। ਹੁਣ ਪ੍ਰਗਟ ਹੋ ਗਏ ਹਨ ਪ੍ਰਭੂ ਜੀ, ਉਹਨੇ ਦੇ ਪ੍ਰਤਾਪ ਨਾਲ ਭਾਈ ਇਹ ਸਾਰੀ ਧਰਤੀ ਆਕਾਸ਼ ਸਭ ਕੁਝ ਬਣਿਆ ਹੈ। ਸਤਿਗੁਰੂ ਮਹਾਰਾਜ ਸਾਨੂੰ ਉਸ ਸੱਚ ਨਾਲ ਜੋੜਨਾ ਚਾਹੁੰਦੇ ਹਨ, ਨਾਮ ਦੇ ਨਾਲ, ਪਰਮਾਤਮਾ ਦੀ ਉਸਤਤ ਦੇ ਨਾਲ ਜੋੜਨਾ ਚਾਹੁੰਦੇ ਹਨ, ਉਹਦੀ ਸਮਰੱਥਾ ਤੇ ਭਰੋਸਾ ਦੇਣਾ ਚਾਹੁੰਦੇ ਹਨ। ਇਸ ਹੁਕਮਨਾਮੇ ਵਿੱਚ ਅੱਧੇ ਹੁਕਮਨਾਮੇ ਸਾਹਿਬ ਦੀ ਵਿਚਾਰ ਲਿੱਤੀ ਗਈ ਅੱਜ।
क्योंकि ये पहला भी 2-3 वारी शब्द की विचार हो चुकी है। अज संतां की साखी लिती जाएगी, महापुरुषों की। करनी वाले महापुरुष कौन होंगे, उन्हां दे जीवन की खुशबू लैन की कोशिश चेष्टा करांगे। उन्हां दी जीवन असीं सुना नहीं सकते, पर कुछ कु अंश कि शायद किसी की शरदा ये गल्लां सुन के आ जाए पूरन महापुरुषों से। अज इतिहास लैने आ धन धन बाबा नंद सिंह जी महाराज नानक सर, उन्होंने जीवन तो पहली खुशबू मिली कि इन्हां दे पिता जी का नाम सी जय सिंह, माता जी सी सदा कौर जी। बाबा नंद सिंह जी छोटी उम्र विच ही ना माता जी दे चढ़ाई करन ते अकाल चलाना करके माता छोटी उम्र बाबा नंद सिंह जी। हुण की होया, भरावां ने साथ दिता। एक भरा बड़ा चंगा सी, भगत भरा सी, उहदा नाम भगत सिंह आया। भगत सिंह बाबा नंद सिंह ने छोटी उम्र गुरु की कथा सुनाता सी। जो कथा आप जी सुन रहे हो, कि कथा नाल प्रेम भक्ति पैदा होती, कथा वल जोड़दा सी भरा सक्का, ते संतां दी साखियां सुनांदा सी नाल, खाली गुरुआं दी नहीं, संत महापुरुषां दी गल्लां भी सुनांदा सी, रंगे हुए महापुरुषां दी भगतां दी कहानी। भगत कबीर जी दी कबीर, भगत नामदेव जी की जीवनी ये सुनानी भगत सिंह ने। किरपा की बाबा नंद सिंह ने जोड़िया इस पासे। दूजे भरा ने किरत वल जोड़िया। किरत केड़ी सी? खेती करनी, हल जोड़े, बीजना, ये भी सिखाया गया बाबा नंद सिंह जी ने। किरत की, किरत विरत कर धर्म की, वो भी की बाबा नंद सिंह जी ने जीवन की। अचानक ही भाणा वरत गया, भगत सिंह जी अकाल चलाना कर गए, भरा सके डैथ हो गई। अकाल चलाना करन तो बाद ना उन्होंने घर की जड़ी वोटी ला लो बीबी, हुण उन्हों का विआह घर के परिवार ने फैसला किया कि बाबा नंद सिंह जी नाल अजे कुआरे हैं, इन्हां नाल कर दी। बाबा नंद सिंह जी नूं यह गल मंजूर नहीं सी किसी भी हालत। भगती तो लगे सी शुरू तो ही, उन्होंने जीवन तो बड़ी वधिया वधिया हुणे आप जी नूं खुशबू मिलेगी, बड़ी बड़ी चंगी चंगी गल्लां पता लगेगी अज तुहानूं जीवन। पहली तो यह गल देखो, सब तो पहली यह गल ही चंगी। उन्होंने कहा नहीं ये काम मैं नहीं कर सकता। उसी वक्त विराग च आके भगती दे भरे ते हजूर साहब चलाना कर गए। हजूर साहब वल अपने कदम पुट ले, करो आखो सतनाम श्री वाह। हजूर साहब गुरु गोबिंद सिंह जी के चन्ना ते जाके विराजमान हो गए हैं। रात को छेती 1 बजे उठते सन, तो गोदावरी नदी आप जी को पता है नेड़े बहती, उधरों गागर भरते सी सिर ते, जी गागर की सेवा नहीं चलती, वो गागर भर के रोज़ 1 बजे चकनी सिर ते संगत के नाल, ते उस स्थान ते जिथे बाबा जी का कमरा है हजूर साहब का, जिथे इशनान कराया जाता है रोज़ाना कमरे का, उत्ते लैके रोज़ाना सेवा करते सन। आखो सतनाम श्री वाह। रोज़ाना का नेम बना लिया, प्रशादा बहुत घटाता, भुख लगती नहीं सी, नाम की भुख सी उन्होंने। कुछ पान आए सी हजूर साहब, उत्थे गुरु गोबिंद सिंह जी के दीदारे हो गए। कमाल की गल है, दर्शन हो गए सतगुरु जी के। दर्शन करन तो बाद ना उन्होंने हुक्म किया, भाई तुसी विद्या गुरु को अपनी पहले संथया गुरबाणी सिखो। वो भेजे गए लहरे खाने। लहरे खाने पंजाब के विच है। इत्थे वधावा सिंह जी मिले उन्होंने, विद्या गुरु वधावा सिंह जी को भेजता। उत्थे वो गुरबाणी पढ़े हैं, सिखी हैं। वधावा सिंह जी ने जो देखा बचपन तो ही इस बच्चे का लगाव बहुत ज़्यादा है गुरबाणी वाल, इसका चौकड़ा बड़ा लंबा है, सब तो बड़ी ये तो सिक्ख्या सिखाई आया। आखो सतनाम श्री वाह। जिस तरह गुरु नानक देव जी सिक्खे सिखाई आए सन, कहते इसनों सही रस्ते पा दिता जाए ताकि ये ज्ञान की वृद्धि हो जाए।
ਇਹਨੂੰ ਪੂਰਾ ਪਰਮਾਤਮਾ ਪ੍ਰਾਪਤ ਹੋ ਜਾਏ। ਹੁਣ ਉਹਨਾਂ ਨੇ ਵਧਾਵਾ ਸਿੰਘ ਜੀ ਨੇ ਜੋੜ ਕੇ ਮਹਾਂਪੁਰਸ਼ਾਂ ਨੂੰ, ਬਾਬਾ ਆਨੰਦ ਸਿੰਘ ਜੀ ਨੂੰ, ਬ੍ਰਹਮ ਗਿਆਨੀ ਭੁੱਚੋ ਵਾਲੇ ਰੂਮੀ ਵਾਲੇ ਬਾਬਾ ਜੀ, ਬਾਬਾ ਮੋਹਨ ਨਾਮ ਸਿੰਘ ਜੀ ਉਹਨਾਂ ਦੇ ਕੋਲ ਭੇਜ ਦਿੱਤਾ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਆਪ ਵੀ ਨਾਲ ਗਏ ਸਨ, ਆਪ ਨਾਲ ਦਰਸ਼ਨ ਕਰਨ ਗਏ ਸੀ। ਤੇ ਮਾਂ ਨਾਮ ਸਿੰਘ ਜੀ ਕੋਲ ਜਦੋਂ ਦੋਨੋਂ ਪੁੱਜੇ ਹਨ ਤੇ ਉੱਧਰ 12 ਸਾਲ ਉਹਨਾਂ ਨੇ ਕਠਿਨ ਤਪੱਸਿਆ, ਜਿਹਨੂੰ ਕਹਿੰਦੇ ਮੁਰਸ਼ਦ ਧਾਰ ਲਿਆ ਮਾਂ ਨਾਮ ਸਿੰਘ ਜੀ। ਅੰਮ੍ਰਿਤ ਤੇ ਛਕਣਾ ਹੀ ਹੈ ਸਿੱਖ ਨੇ, ਪਰ ਇਹ ਮੁਰਸ਼ਦ ਵਰਲਡ ਵੀ ਹੈ ਜੋ ਸੰਤਾਂ ਦੀ ਸੰਗਤ ਵਿੱਚੋਂ ਪ੍ਰਾਪਤ ਹੋਇਆ। ਕਰਨੀ ਵਾਲੇ ਮਹਾਂਪੁਰਸ਼ਾਂ, ਬਹੁਤ ਭਗਤੀ ਸੀ ਬਾਬਾ ਮਹਾਂ ਨਾਮ ਸਿੰਘ ਜੀ। ਇਹ ਲਾ ਲਓ ਗੁਰੂ ਨਾਨਕ ਦਾ ਹੀ ਰੂਪ ਸਨ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਇਹ ਕਹਿਣ ਵਿੱਚ ਕੋਈ ਪਰਹੇਜ਼ ਨਹੀਂ। ਉਹਨਾਂ ਨੇ ਉਹਨਾਂ ਨੂੰ ਜੋੜਿਆ, ਬੜੀ ਹੀ ਕਠਿਨ ਤਪੱਸਿਆ ਨਾਲ ਜੋੜਤਾ ਜੀ। ਬੜੀ ਜ਼ਿਆਦਾ ਭਗਤੀ ਕਰਵਾਉਂਦੇ ਸਨ ਉਹਨਾਂ ਕੋਲ। ਖੂਹ ਦੇ ਕਿਨਾਰਿਆਂ ਤੇ ਬਹਿੰਦੇ ਸੀ ਬਾਬਾ ਨਾਨਕ ਸਿੰਘ। ਖੂਹ ਦੇ ਜੇ ਅਗਰ ਨੀਂਦ ਟੁੱਟੇ ਤੇ ਸਿੱਧਾ ਖੂਹ ਦੇ ਵਿੱਚ ਜਾ ਕੇ ਗਿਰਦੇ ਸੀ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਪਾਣੀ ਵਿੱਚ ਨੀਂਦ ਜੋ ਅਭਿਆਸ ਸੀ ਉਹਨਾਂ ਦਾ, ਨੀਂਦ ਤੋੜਨ ਦਾ। ਇੰਨੀ ਕਠਿਨ ਤਪੱਸਿਆ ਕਰਾਈ ਗਈ ਉਹਨਾਂ ਕੋਲ, ਪਰ ਉਹਨਾਂ ਦਾ ਮਨ ਨਾ ਇਕਾਂਤ ਵਿੱਚ ਜ਼ਿਆਦਾ ਰਹਿੰਦਾ ਸੀ। ਉਹ ਚਾਹੁੰਦੇ ਸੀ ਮੈਂ ਕਿਸੇ ਨਾਲ ਮਿਲਾਂ ਨਾ, ਇਕਾਂਤ ਬੜਾ ਪਸੰਦ ਕਰਦੇ। ਉਹਨਾਂ ਨੇ ਹੜੱਪੇ ਦੇ ਜੰਗਲ ਵਿੱਚ ਰੁੱਖ ਲਿਆ ਜੀ। ਹੜੱਪੇ 12 ਸਾਲ ਤੇ ਤਪ ਉੱਧਰ ਕੀਤਾ ਮੁਰਸ਼ਦ ਦੀ ਸੇਵਾ ਤੇ। ਕਹਿਣੇ ਜੀ ਇਹ ਜੋੜੀ 'ਚ ਰਹਿੰਦੇ ਸੀ ਮਾਂ ਨਾਮ ਸਿੰਘ ਨਾਲ। ਫਿਰ ਕਹਿੰਦੇ ਹੜੱਪੇ ਵੱਲ ਉਹਨਾਂ ਨੇ ਚਲੇ ਗਏ। ਹੜੱਪੇ ਦਾ ਅੱਜ ਵੀ ਇਤਿਹਾਸ ਦਾ ਚੱਕ ਲਓ, ਬੜੇ ਹੀ ਘਣੇ ਜੰਗਲ ਹੈ ਜੀ ਹੜੱਪਾ ਦੇ। ਉੱਧਰ ਵੱਲ ਉਹ ਚਲੇ ਗਏ ਹਨ, ਇਬਾਦਤ ਕੀਤੀ ਪਰਮੇਸ਼ਰ ਦੀ। ਬਿਲਕੁਲ ਇਕਾਂਤ ਵਿੱਚ ਰਹਿੰਦੇ ਸੀ। ਜਿੱਥੇ ਕਿਤੇ ਕੋਈ ਮਿਲ ਵੀ ਜਾਵੇ ਨਾ, ਕੋਈ ਉਹਨਾਂ ਨੂੰ ਦੇਖ ਲਵੇ ਤੇ ਉੱਥੋਂ ਅੱਗੇ ਚਲੇ ਜਾਂਦੇ ਸਨ, ਹੋਰ ਘਣੇ ਜੰਗਲ ਵੱਲ ਭੱਜ ਜਾਂਦੇ ਸਨ। ਜਿੱਥੇ ਸ਼ੇਰ, ਬੱਬਰ, ਸ਼ੇਰ, ਲੋਇਨ, ਟਾਈਗਰ, ਸੱਪ ਹੁੰਦੇ ਹਨ ਵੱਡੇ ਵੱਡੇ, ਉੱਥੇ ਜਾ ਕੇ ਬਹਿ ਜਾਂਦੇ ਸੀ ਭਗਤੀ ਕਰਨ। ਉਹਨਾਂ ਨੂੰ ਡਰ ਨਹੀਂ ਲੱਗਦਾ ਸੀ। ਬਹੁਤ ਥੋੜਾ ਖਾਂਦੇ ਸੀ, ਪੱਤੇ ਖਾ ਲੈਂਦੇ ਸੀ ਪੇੜ ਦੇ, ਜਾਂ ਕੋਈ ਫਰੂਟ ਜਾਂ ਫਲ ਕੋਈ ਗਿਰਿਆ ਹੋਇਆ ਉਹ ਵੀ ਚੱਕ ਕੇ ਖਾ ਲੈਂਦੇ ਸੀ ਫਰੀਜੀ ਅੱਕਣ। ਤਿੱਥਾ ਉਂਗ ਨਾ ਭੁੱਖ ਹੈ ਅਵਸਥਾ ਹੈ ਬ੍ਰਹਮ ਗਿਆਨੀ ਦੀ। ਉਹਨਾਂ ਨੂੰ ਉਂਗ ਭੁੱਖ ਨੀਂਦ ਤੇ ਘਟਾਈ ਦਿੱਤੀ ਸੀ ਉਹਨਾਂ ਨੇ ਸ਼ੁਰੂ ਤੋਂ। ਮਾਂ ਨਾਮ ਸਿੰਘ ਜੀ ਨੇ ਉਹਨਾਂ ਨੂੰ ਕਹਿ ਦਿੱਤਾ ਸੀ, ਕਿੰਨੇ ਸਾਲ, ਕਹਿੰਦੇ ਕਿੰਨੀ ਕਰਦੇ ਹੋ, ਨੀਂਦ ਕਿੰਨੀ ਲੈਂਦੇ ਹੋ ਦਿਨ? ਕਹਿੰਦੇ ਬਾਬਾ ਜੀ 20 ਘੰਟੇ ਪ੍ਰਮਾਤਮਾ ਦੇ ਨਾਮ ਨਾਲ ਆਪ ਜੀ ਕਿਰਪਾ ਨਾਲ ਜੁੜ ਗਏ ਹਾਂ, 4 ਘੰਟੇ ਥੋੜਾ ਆਰਾਮ ਕਰ ਲਈਦਾ। ਬਾਬਾ ਨਾਮ ਸਿੰਘ ਜੀ ਪਿਆਰ ਨਾਲ ਬੋਲੇ, ਬਾਬਾ ਆਨੰਦ ਸਿੰਘ 4 ਘੰਟੇ ਦਾ ਲੇਖਾ ਤੂੰ ਦੇਂਗਾ ਕਿ ਮੈਂ ਦੇਵਾਂਗਾ ਗੁਰੂ ਨਾਨਕ ਨੂੰ? ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਮੈਨੂੰ ਦੱਸ, ਸਾਰੇ ਦੁਬਾਰਾ ਬੋਲੋ ਸਤਨਾਮ ਸ਼੍ਰੀ ਵਾਹਿਗੁਰੂ। ਇਹ ਸਭ ਤੋਂ ਵੱਡੀ ਖੁਸ਼ਬੂ ਪ੍ਰਾਪਤ ਹੋਈ ਹੈ ਇਸ ਸਾਖੀ ਤੋਂ। 4 ਘੰਟੇ ਵੀ ਉਹਨਾਂ ਨੂੰ ਭਾਰੀ ਲੱਗਦੇ ਸੀ, ਜੋ ਖਾਣ ਪੀਣ ਤੇ ਜਾਂ ਆਰਾਮ ਕਰਨ ਤੇ ਉਹਨਾਂ ਨੂੰ ਵੇਸਟ ਲੱਗਦੇ ਸੀ। ਉਹ ਕਹਿੰਦੇ ਇਹ ਵੀ ਲੇਖੇ ਲਾਣੇ ਹੈ, ਪਰ ਉਹ ਸੁਪਨੇ ਅੰਦਰ ਵੀ ਵਾਹਿਗੁਰੂ ਨਾਲ ਹੀ ਜੁੜੇ ਰਹਿੰਦੇ ਸੀ। ਦਰਅਸਲ ਬ੍ਰਹਮ ਗਿਆਨੀ ਕਦੀ ਸੌਂਦੇ ਹੀ ਨਹੀਂ, ਉਹਨਾਂ ਦਾ ਧਿਆਨ ਪ੍ਰਮਾਤਮਾ ਨਾਲ ਜੁੜਿਆ ਹੁੰਦਾ ਜੀ। ਤਿੱਥੇ ਉਂਗ ਨਾ ਭੁੱਖ ਹੈ, ਥੋੜਾ ਸਵੇ ਥੋੜਾ ਹੀ ਖਾ, ਥੋੜਾ ਖਾਂਦੇ ਥੋੜਾ ਸੋਏ। ਕਠਿਨ ਤਪ ਕਰ ਲਿਆ ਉਹਨਾਂ ਨੇ। ਜਿੱਧਰ ਕੋਈ ਆ ਜਾਵੇ ਦੂਜੇ ਪਾਸੇ ਚਲੀ ਜਾਂਦੇ ਸੀ। ਇੱਕ ਵਾਰ ਦੀ ਘਟਨਾ ਹੈ, ਭਗਾਣੇ ਪਿੰਡ ਦੇ ਸੰਗਤ ਨੇ ਵਿਚਾਰ ਕੀਤੀ ਇਹਨਾਂ ਦੀ ਕੋਈ ਪੱਕੀ ਜਗ੍ਹਾ ਬਣਾ ਦਿੱਤੀ ਜਾਵੇ ਬਾਬਾ ਆਨੰਦ ਸਿੰਘ, ਜਿੱਥੇ ਰਹਿਣ, ਤਪੱਸਿਆ ਕਰਨ ਤੇ ਸੰਗਤ ਦਾ ਭਲਾ ਕਰਨਗੇ, ਸੰਗਤ ਨੂੰ ਕਥਾ ਸੁਣਾਇਆ ਕਰਨਗੇ, ਗੁਰੂ ਨਾਲ ਜੋੜਨਗੇ। ਹੁਣ ਦੇਖੋ ਇੱਧਰੋਂ ਦੂਜੀ ਖੁਸ਼ਬੂ ਮਿਲੇਗੀ ਤੁਹਾਨੂੰ ਇਸ ਸਾਖੀ ਤੋਂ। ਕਿਆ ਤਪ ਸੀ ਉਹਨਾਂ ਦਾ, ਕਮਾਲ ਹੈ ਜੀ। ਉਹ ਸੰਗਤ ਨੇ ਵਿਚਾਰ ਕਰਕੇ ਪਟਵਾਰੀ ਨੂੰ ਭੇਜਿਆ। ਪਟਵਾਰੀ ਨਾਮ ਕਰਦੇ ਹੈ ਨਾ, ਰਜਿਸਟਰੀਆਂ ਵਗੈਰਾ ਇੰਤਕਾਲ ਚੜਾਉਂਦੇ, ਕਿ ਇਹਨਾਂ ਦੇ ਨਾਮ ਜਗ੍ਹਾ ਲਾਣੀ ਹੈ। ਜਦੋਂ ਬਾਬਾ ਆਨੰਦ ਸਿੰਘ ਜੀ ਦੇ ਸਾਹਮਣੇ ਖੜਾ ਹੈ ਪਟਵਾਰੀ, ਅਜੇ ਕੋਈ ਬੋਲੇ ਹੀ ਨਹੀਂ ਮੂੰਹ ਵਚਨ, ਬਾਬਾ ਜੀ ਪਹਿਲੇ ਹੀ ਬੋਲ ਗਏ। ਕਹਿੰਦੇ ਪਟਵਾਰੀ ਮੇਰੇ ਪਿਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ। ਆਖੋ ਸਤਨਾਮ ਸ਼੍ਰੀ।
ਪਟਵਾਰੀ ਸਮਝ ਨਹੀਂ ਪਾਇਆ। ਪਟਵਾਰੀ ਤੇ ਪੁੱਛਣ ਆਇਆ ਸੀ ਉਹਨਾਂ ਦੇ ਪਿਤਾ ਦਾ ਨਾਮ। ਦਰਅਸਲ ਜੈ ਸਿੰਘ ਸੀ ਨਾ ਉਹਨਾਂ ਦੇ ਪਿਤਾ, ਉਹ ਆਪਣੇ ਪਿਤਾ ਦਾ ਨਾਮ ਕਹਿੰਦੇ ਮੇਰੇ ਪਿਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਹੈ। ਤੇ ਰਹੀ ਗੱਲ ਪਟਵਾਰੀ ਜਾਇਦਾਦ ਨਾਮ ਕਰਨ ਦੀ, ਮੈਂ ਆਪਣੇ ਨਾਂ ਕੁਛ ਵੀ ਨਹੀਂ ਕਰਾਣੀ। ਆਖੋ ਸਤਨਾਮ ਸ਼੍ਰੀ ਵਾਹ। ਪਹਿਲੀ ਗੱਲ ਸੁਣ ਲੈ, ਜਾ ਕੇ ਪਿੰਡ ਵਾਲੇ ਨੂੰ ਆਖ ਦੇ ਜੇ ਇਹ ਖਿਆਲ ਕਰਕੇ ਤੈਨੂੰ ਮੇਰੇ ਵੱਲ ਭੇਜਿਆ ਹੈ ਤੇ ਸਮਝ ਲੈ ਉਹਨਾਂ ਦਾ ਖਿਆਲ ਕਦੀ ਪੂਰਾ ਨਹੀਂ ਹੋਏਗਾ। ਮੈਂ ਆਪਣੇ ਨਾਮ ਕੋਈ ਜਾਇਦਾਦ 1 ਇੰਚ ਵੀ ਨਹੀਂ ਧਰਤੀ ਰੱਖਣੀ ਸੰਸਾਰ ਵਿੱਚ। ਇੰਨੀ ਪਕੜ ਛੱਡੀ। ਬੜੇ ਹੀ ਤਿਆਗੀ ਸਨ, ਬਹੁਤ ਹੀ ਤਿਆਗੀ ਸਨ। ਪਟਵਾਰੀ ਸਮਝ ਗਿਆ। ਪਟਵਾਰੀ ਪਿੰਡ ਵਾਲਿਆਂ ਨੂੰ ਸੁਨੇਹਾ ਦਿੰਦਾ ਭਾਈ ਉੱਥੇ ਸਾਡੀ ਗੱਲ ਨਹੀਂ ਬਣਨੀ। ਉਹ ਤਾਂ ਪਹਿਲੇ ਹੀ ਮਨ ਦੀ ਜਾਣ ਤੇ ਬੁੱਝ ਲੈਂਦੀ, ਮੈਨੂੰ ਤਾਂ ਬੋਲਣ ਹੀ ਨਹੀਂ ਦਿੱਤਾ। ਪਹਿਲੇ ਹੀ ਆਪਣੀ ਐਸਾ ਗਿਆਨ ਦਿੱਤਾ, ਮੈਂ ਤਾਂ ਭੱਜ ਗਿਆ ਉਧਰੋਂ ਡਰ ਕੇ। ਕਹਿੰਦੇ ਉਹ ਨਹੀਂ ਕਾਬੂ ਆਉਂਦੇ ਬਾਬਾ ਨੰਦ ਸਿੰਘ ਜੀ। ਖੈਰ ਸੰਗਤ ਹਟ ਗਈ ਪਰੇ। ਫਿਰ ਕੀ ਹੋਇਆ, ਲਹਿਰੇ ਖਾਨੇ ਵਾਲੇ ਵਿਦਿਆ ਗੁਰੂ ਜਿਨ੍ਹਾਂ ਵਧਾਵਾ ਸਿੰਘ ਜੀ ਦੇ ਹੁਣੇ ਜ਼ਿਕਰ ਹੋਇਆ, ਉਹਨਾਂ ਦੇ ਮਨ ਵਿੱਚ ਖਿਆਲ ਆ ਗਿਆ। ਉਹਨਾਂ ਨੇ ਸੁਨੇਹਾ ਭੇਜਿਆ ਬਾਬਾ ਨੰਦ ਸਿੰਘ ਜੀ ਨੂੰ ਜੰਗਲ ਵਿੱਚ ਕਿ ਭਾਈ ਤੁਸੀਂ ਮੇਰੇ ਕੋਲ ਆਓ, ਤੁਹਾਡੇ ਨਾਲ ਜ਼ਰੂਰੀ ਕੰਮ ਹੈ। ਪਰ ਮਨ ਵਿੱਚ ਖਿਆਲ ਕੀ ਸੀ ਵਧਾਵਾ ਸਿੰਘ ਜੀ ਦੇ, ਜਿੰਨੀ ਮੇਰੀ ਜਗ੍ਹਾ ਹੈ ਵਿਦਿਆ ਪੜ੍ਹਾਈ ਦੀ ਉਹ ਸਾਰੀ ਨਾਮ ਨਾ ਬਾਬਾ ਨੰਦ ਸਿੰਘ ਜੀ ਦੇ ਕਰ ਦਿੱਤੀ ਜਾਵੇਗੀ। ਆਖੋ ਸਤਨਾਮ ਸ਼੍ਰੀ। ਉੱਥੇ ਵੀ ਬੁੱਝ ਲਈ ਗੱਲ, ਆਪਣੇ ਗੁਰੂ ਦੀ ਗੱਲ ਵੀ ਸਮਝ ਗਏ। ਸਿੱਖਾਂ ਨੂੰ ਕਹਿੰਦੇ ਹੁਣ ਤੇ ਮੈਂ ਨਹੀਂ ਆਣਾ ਬਿਲਕੁਲ, ਮੇਰੇ ਗੁਰੂ ਜੀ ਨੂੰ ਸੁਨੇਹਾ ਦੇ ਦਿਓ ਕਿ ਉਹਨਾਂ ਦਾ ਸੇਵਕ ਹਜੇ ਨਹੀਂ ਆ ਸਕਦਾ, ਪਰ ਉਹਨਾਂ ਦਾ ਕਹਿਣਾ ਵੀ ਨਹੀਂ ਮੋੜ ਸਕਦਾ, ਸਮਾਂ ਪਾ ਕੇ ਆਵਾਂਗੇ। ਆਖੋ ਸਤਨਾਮ ਸ਼੍ਰੀ ਵਾਹ। ਦੇਖੋ ਪਤਾ ਸੀ ਜਗ੍ਹਾ ਨਾਮ ਹੋਣ ਲੱਗੀ ਹੈ, ਕਾਗਜ਼ ਤਿਆਰ ਹੈ, ਪਰ ਨਹੀਂ ਕਰਾਈ। ਕਹਿੰਦੇ ਬਿਲਕੁਲ 1 ਇੰਚ ਨਹੀਂ ਲੈਣੀ ਮੈਂ ਜਗ੍ਹਾ। ਹੁਣ ਗਏ ਵਧਾਵਾ ਸਿੰਘ ਜੀ ਕੋਲ ਨਾ, ਜਦੋਂ ਮੁਲਾਕਾਤ ਹੋਈ ਬਾਬਾ ਜੀ ਨੇ ਆਪਣੀ ਇੱਛਾ ਜ਼ਾਹਿਰ ਕੀਤੀ ਕਿ ਇਹ ਕਾਗਜ਼ ਤੁਹਾਡੇ ਨਾਮ ਕਰਨਾ ਚਾਹੁੰਦਾ ਜਾਇਦਾਦ ਦੇ ਸਾਰੇ ਕੇਂਦਰ ਦੇ ਵਿਦਿਆ ਕੇਂਦਰ ਦੇ। ਉਹ ਕਹਿੰਦੇ ਬਾਬਾ ਨੰਦ ਸਿੰਘ ਜੀ ਕਹਿੰਦੇ ਮੁਰਸ਼ਿਦ ਜੀ ਤੁਸੀਂ ਮੇਰੇ ਵਿਦਿਆ ਗੁਰੂ ਹੋ, ਮੈਨੂੰ ਇੱਕ ਗੱਲ ਦੱਸੋ, ਮੇਰਾ ਗੁਰੂ ਮੇਰਾ ਪਿਤਾ ਤੇ ਗੁਰੂ ਨਾਨਕ ਹੈ। ਆਖੋ ਸਤਨਾਮ ਸ਼੍ਰੀ ਵਾਹ। ਇੱਥੇ ਇੱਕ ਹੋਰ ਖੁਸ਼ਬੂ ਤੁਹਾਨੂੰ ਪ੍ਰਾਪਤ ਹੋਏਗੀ ਕਥਾ ਤੋਂ। ਕਹਿੰਦੇ ਮੇਰਾ ਜਿਹੜਾ ਪਾਲਨਹਾਰ ਹੈ ਉਹ ਤੇ ਗੁਰੂ ਨਾਨਕ ਸਾਹਿਬ ਤੇ ਉਹਨਾਂ ਦੀ ਤੇ ਸਾਰੀ ਜਾਇਦਾਦ ਸਾਰੀ ਸ੍ਰਿਸ਼ਟੀ ਹੈ, ਜਿੱਧਰ ਤੱਕ ਨਿਗਾਹ ਮਾਰੋ ਉਹ ਸਾਰੀ ਗੁਰੂ ਨਾਨਕ ਦੀ ਹੈ। ਤੇ ਤੁਸੀਂ ਮੈਨੂੰ ਕਹਿੰਦੇ ਹੋ ਇਹ ਛੋਟੀ ਜੀ ਜਾਂ ਜਿੰਨੀ ਵੀ ਜਗ੍ਹਾ ਤੁਸੀਂ ਮੈਨੂੰ ਦੇ ਰਹੇ ਹੋ ਸਿਰ ਛੁਪਾਉਣ ਵਾਸਤੇ, ਇਹ ਆਪਣੇ ਨਾਂ ਕਰਾ ਲੈ, ਮੈਂ ਇਸ ਖੁਦ ਦੇ ਅੰਦਰ ਆ ਕੇ ਰਵਾਂ, ਇਹ ਮੈਨੂੰ ਸ਼ੋਭਾ ਨਹੀਂ ਦਿੰਦਾ। ਆਖੋ ਸਤਨਾਮ ਸ਼੍ਰੀ। ਉਹ ਸ੍ਰਿਸ਼ਟੀ ਦਾ ਮਾਲਕ ਹੈ, ਉਹ ਮੈਨੂੰ ਸਾਰੀ ਸ੍ਰਿਸ਼ਟੀ ਦੇਣਾ ਚਾਹੁੰਦਾ ਹੈ ਤੇ ਮੈਂ ਕੋਈ ਛੋਟੀ ਜੀ ਪ੍ਰੋਪਰਟੀ ਆਪਣੇ ਨਾਮ ਕਰਾ ਕੇ ਤੇ ਫਿਰ ਇੱਥੇ ਰਹਿਣਾ ਸ਼ੁਰੂ ਕਰਦਾ, ਇਹ ਮੈਨੂੰ ਸ਼ੋਭਾ ਨਹੀਂ ਦਿੰਦਾ। ਦੇਖੋ ਕਿਆ ਤਰੀਕੇ ਨਾਲ ਗੱਲ ਕਹੀ ਹੈ। ਵਿਦਿਆ ਗੁਰੂ ਵੀ ਬੁਰਾ ਨਹੀਂ ਮੰਨੇ ਗੱਲ ਨੂੰ, ਸੰਤਾਂ ਨੂੰ ਬੋਲਣ ਦਾ ਤਹਿਜੀਬ ਹੁੰਦੀ ਹੈ, ਤਰੀਕਾ ਹੁੰਦਾ ਹੈ। ਉਹਨਾਂ ਨੇ ਗੁਰੂ ਨਾਨਕ ਨੂੰ ਮੂਹਰੇ ਕਰਤਾ, ਭਾਵ ਉਹ ਲੈਣਾ ਨਹੀਂ ਚਾਹੁੰਦੇ ਸੀ ਜਗ੍ਹਾ, ਮਾਲਕ ਬਣਨਾ ਹੀ ਨਹੀਂ ਚਾਹੁੰਦੇ ਸੀ। ਇੱਧਰ ਤੱਕ ਕਿ ਉਹਨਾਂ ਦੇ ਇਤਿਹਾਸ ਤੋਂ ਪਤਾ ਚੱਲਿਆ ਦਾਸ ਨੂੰ, ਜਿੱਥੇ ਉਹ ਭਗਤੀ ਕਰਦੇ ਸੀ ਉੱਥੇ ਕੋਈ ਨਿਸ਼ਾਨੀ ਨਹੀਂ ਛੱਡਦੇ ਸੀ, ਆਪਣੀ ਝੋਪੜੀ ਨੂੰ ਵੀ ਅੱਗ ਲਗਵਾ ਦਿੰਦੇ ਸੀ। ਆਖੋ ਸਤਨਾਮ ਸ਼੍ਰੀ। ਕਿਉਂ? ਕਿਉਂਕਿ ਪਿੱਛੋਂ ਸੰਗਤ ਉਹਨਾਂ ਦੀ ਪੂਜਾ ਕਰਨੀ ਨਾ ਸ਼ੁਰੂ ਕਰ ਦੇ ਕਿ ਇਹ ਬਾਬਾ ਨੰਦ ਸਿੰਘ ਜੀ ਦੀ ਨਿਸ਼ਾਨੀ ਹੈ, ਇਸ ਝੋਪੜੀ ਅੰਦਰ ਠਹਿਰੇ ਸਨ ਜਾਂ ਇਹ ਉਹਨਾਂ ਦੀ ਵਸਤੂਆਂ ਹੈ। ਉਹ ਕਹਿੰਦੇ ਸੇਵਕਾਂ ਨੂੰ ਕਹਿੰਦੇ ਸੀ ਅੱਗ ਲਾ ਦਿਓ, ਹੁਣ ਅਗਲੇ ਪਾਸੇ ਚੜੀਏ, ਅੱਗੇ ਗੁਰੂ ਨਾਨਕ ਦੇਖੇਗਾ, ਨਾਲ ਕੁਝ ਬੰਨ ਕੇ ਨਹੀਂ ਲੈ ਕੇ ਜਾਣਾ। ਇੱਧਰ ਤੱਕ ਕਿ ਇੰਨੇ ਤਿਆਗੀ ਵਿਰਾਗੀ ਹੋ ਗਏ ਸੀ। ਸੰਤਾਂ ਨੂੰ ਲੋਕ ਤੁਹਾਨੂੰ ਪਤਾ ਹੈ ਮਿਲਣ ਆਉਂਦੇ ਹੈ, ਵੱਡੇ ਵੱਡੇ ਵਿਦਵਾਨ ਵੀ ਆਉਂਦੇ ਆ, ਸੰਗਤ ਵੀ ਆਉਂਦੀ ਹੈ। ਉਹਨਾਂ ਦੇ ਨਾ ਮੱਥਾ ਟੇਕਣ ਲੱਗ ਗਏ ਸੰਗਤ ਸਤਿਕਾਰ ਨਾਲ ਬਾਬਾ ਨੰਦ ਸਿੰਘ ਜੀ ਨੂੰ। ਤੇ ਇੱਕ ਵਿਦਵਾਨ ਬੋਲ ਪਿਆ, ਸੰਤਾ ਚਰਨ ਮਾਥਾ ਮੇਰਾ ਪਹੋ। ਕਹਿੰਦੇ ਸੰਤਾਂ ਦੇ ਚਰਨ ਹੀ ਮੇਰਾ ਮੱਥਾ ਹੋਣਾ ਚਾਹੀਦਾ, ਇਹ ਗੁਰਬਾਣੀ ਕਹਿੰਦੀ ਹੈ। ਸਤਿਗੁਰੂ ਦੀ ਗੱਲ ਸੁਣ ਕੇ ਕੱਟੀ ਨਹੀਂ ਬਾਬਾ ਜੀ ਨੇ। ਬਾਬਾ ਜੀ ਅੱਗੋਂ ਕਹਿੰਦੇ ਬਾਬਾ ਨੰਦ ਸਿੰਘ ਜੀ ਜੋ ਦੀਸੇ ਗੁਰ ਸਿਖੜਾ ਤਿਸ ਲਿਵ ਲਿਵ ਨਿਵ ਨਿਵ ਲਾਗੋ ਪਾਉ।
ਕਹਿੰਦੇ ਮੈਂ ਤਾਂ ਇਹ ਆਖਦਾ ਤੁਹਾਡੇ ਵਰਗੇ ਗੁਰਸਿੱਖ ਮੈਨੂੰ ਲੱਭਣੇ ਨਹੀਂ, ਕਿਉਂ ਨਾ ਮੈਂ ਤੁਹਾਨੂੰ ਹੀ ਮੱਥਾ ਟੇਕਣਾ। ਆਖੋ ਸਤਨਾਮ ਸ਼੍ਰੀ ਵਾਹ। ਬਾਬਾ ਜੀ ਸਗੋਂ ਨਾ ਉਹਨਾਂ ਦੇ ਚੰਨਾਂ ਤੇ ਆਪਣਾ ਮੱਥਾ ਧਰ ਦਿੰਦੇ ਸੀ, ਇੰਨੀ ਕਮਾਈ। ਖੈਰ ਫਿਰ ਵੀ ਸੰਗਤ ਨਹੀਂ ਹਟਦੀ ਸੀ। ਫਿਰ ਬਾਬਾ ਜੀ ਕੀ ਪੂਰਤੀ ਕਰਿਆ ਕਰਨ, ਜਿੰਨੀ ਵਾਰ ਸੰਗਤ ਸਤਕਾਰ ਕਰੇ ਤੇ ਘੱਲੇ ਗੁਰੂ ਗ੍ਰੰਥ ਸਾਹਿਬ ਜੀ ਦੇ ਕਮਰੇ ਚਲੇ ਜਾਣ ਤੇ ਹਜ਼ਾਰੋਂ ਵਾਰੀ ਡੰਡੋਤ ਕਰਨ ਜੀ। ਇੱਕ ਵਾਰੀ ਮੱਥਾ ਨਹੀਂ, 1000 ਵਾਰੀ ਟੇਕਿਆ ਕਰਨ। ਸੇਵਕ ਦੇਖ ਕੇ ਹੈਰਾਨ ਹੋਣ, ਸੇਵਕ ਪੁੱਛਿਆ ਕਰਨ ਇਹ ਕੀ ਕਰਦੇ ਹੋ, ਇੱਕ ਵਾਰੀ ਮੱਥਾ ਟੇਕੀ ਤਾਂ 1000 ਵਾਰੀ ਕੌਣ ਟੇਕਦਾ ਹੈ? ਕਹਿੰਦੇ ਪੁਰਖਾ ਜਿੰਨੀ ਸੰਗਤ ਨੇ ਮੈਨੂੰ ਸਤਕਾਰ ਦੇਤਾ ਬਾਹਰ, ਇਹ ਸਾਰਾ ਭਾਰ ਕੌਣ ਲਾਏਗਾ? ਇਹ ਤਾਂ ਮੈਂ ਅੱਗੇ ਗੁਰੂ ਨਾਨਕ ਨੂੰ ਮੱਥਾ ਟੇਕੀ ਜਾ ਰਿਹਾ, ਸਾਰਾ ਅੱਗੇ ਟ੍ਰਾਂਸਫਰ ਕਰੀ ਜਾ ਰਿਹਾ। ਆਖੋ ਸਤਨਾਮ ਸ਼੍ਰੀ ਵਾਹ। ਕਹਿੰਦੇ ਮੈਂ ਕੁਛ ਨਹੀਂ ਰੱਖਣਾ ਆਪਣੇ ਪੱਲੇ, ਮੈਂ ਖਾਲੀ ਆਇਆ ਖਾਲੀ ਜਾਣਾ। ਇਹ ਗੁਰੂ ਨਾਨਕ ਦਾ ਕੰਮ ਹੈ ਮੱਥੇ ਟਿਕਾਣੇ, ਇਹ ਗੁਰੂ ਜੀ ਦੀ ਸ਼ੋਭਾ ਦਿੰਦਾ ਹੈ ਭਾਈ। ਸਾਡੇ ਵਰਗੇ ਕਿੱਥੇ ਹਨ? ਇਸ ਦੇਖੋ ਕਰਨੀ ਕਿੰਨੀ, 360 ਮਾਲਾ ਮੂਲ ਮੰਤਰ ਦੀ ਕਰਦੇ ਸਨ ਜੀ। 108 ਮਣਕੇ ਵਾਲੀ ਇੱਕ ਮਣਕੇ ਤੇ ਪੂਰਾ ਮੂਲ ਮੰਤਰ ਪੜ੍ਹਦੇ ਸਨ। ਤੇ 360 ਕਰ ਲੋ ਕਿ ਕਿੰਨੀ ਬਣ ਗਈਆਂ? ਹਿਸਾਬ ਲਗਾਓਗੇ ਜਿੰਨੇ ਅੱਖਰ ਬਣਨਗੇ। 2 ਸਹਿਜ ਪਾਠ ਜੋ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਹਫ਼ਤਾਵਾਰੀ ਪਾਠ ਕਰਦੇ ਹੋ ਨਾ, 2 ਸਹਿਜ ਪਾਠ ਦਾ ਜਿੰਨਾ ਫਲ ਹੈ ਨਾ ਉਨਾ ਪ੍ਰਾਪਤੀ ਕਰ ਲੈਂਦੇ ਸੀ ਇੱਕ ਦਿਨ ਵਿੱਚ। ਆਖੋ ਸਤਨਾਮ ਸ਼੍ਰੀ ਵਾਹ। ਇੰਨੇ ਰੰਗੀ ਹੋਈ ਭਿੱਜੀ ਹੋਈ ਰੂਹ ਸਨ ਬਾਬਾ ਨੰਦ ਸਿੰਘ। ਉਹਨਾਂ ਦੇ ਜੀਵਨ ਤੋਂ ਝਲਕੀਆਂ ਇਹ ਸੁਣਾਈਆਂ। ਦੂਜੀ ਗੱਲ, ਉਹਨਾਂ ਦੇ ਵਚਨ ਪੂਰੇ ਹੋ ਜਾਂਦੇ ਸਨ। ਸਾਧੂ ਦਾ ਕਦੀ ਬੋਲਿਆ ਬਿਰਥਾ ਨਹੀਂ ਜਾਂਦਾ। ਸਾਧ ਵਚਨ ਅਟਲਾਦਾ ਗੁਰਬਾਣੀ 'ਚ ਲਿਖਿਆ ਹੈ। ਸਾਧੂ ਸਹਿਜ ਸੁਭਾਏ ਬੋਲਦੇ ਹਨ ਪਰ ਉਹਨਾਂ ਦੇ ਵਚਨ ਪੂਰੇ ਹੋ ਜਾਂਦੇ ਹਨ ਉਹਨਾਂ ਦੀ ਕਮਾਈਆਂ ਕਰਕੇ, ਕਿਉਂਕਿ ਰੰਗੀ ਰੂਹਾਂ ਹੁੰਦੀਆਂ। ਸਵਾਸ ਉਹਨਾਂ ਨੇ ਸੰਭਾਲ ਕੀਤੀ ਹੁੰਦੀ ਹੈ। ਇਹ ਅੱਜ ਉਨ ਮਹਾਂਪੁਰਸ਼ਾਂ ਦੀ ਜੀਵਨ ਦੀ ਝਲਕੀਆਂ ਲਿੱਤੀਆਂ ਗਈਆਂ ਹੈ ਜਿਨ੍ਹਾਂ ਦੀ ਕਥਾ ਸੁਣ ਕੇ ਸਾਡਾ ਅੰਦਰ ਵੀ ਭਿੱਜ ਜਾਂਦਾ ਹੈ। ਆਖੋ ਸਤਨਾਮ ਸ਼੍ਰੀ ਵਾਹ। ਸਾਨੂੰ ਵੀ ਸ਼ੌਕ ਜਾਗਦਾ ਹੈ ਕਿ ਉਹਨਾਂ ਨੇ ਆਪਣੇ ਜੀਵਨ ਅੰਦਰ ਇੰਨੀ ਕਮਾਈਆਂ ਕੀਤੀ, ਅਸੀਂ ਤਾਂ ਕੁਛ ਵੀ ਨਹੀਂ। ਅਸੀਂ ਤਾਂ ਬਹੁਤ ਸਮਾਂ ਬਰਬਾਦ ਕਰ ਰਹੇ ਹਾਂ ਜੀ। ਇਸ ਕਰਕੇ ਮਹਾਂਪੁਰਸ਼ਾਂ ਦੀ ਜੀਵਨ ਦੀ ਕਥਾ ਲਿੱਤੀ ਜਾਂਦੀ ਹੈ। ਆਓ ਸਾਰੇ ਅਰਦਾਸ ਕਰਕੇ ਨਾਮ ਜਪਦੇ ਸਮਾਪਤੀ ਕਰੀਏ। ਸਾਰੇ ਬੋਲੋ ਵਾਹਿਗੁਰੂ 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 ਵਾਹਿਗੁਰੂ।